प्यारे विद्यार्थियों, अज आपां गल करनी आ गुरबख्श सिंह प्रीत लड़ी दी वारतक बारे, खास करके सावीं पद्धरी जिंदगी के हवाले नाल। हुण तक जिहड़ियां आपां गल्लां बातां कीतियां ਉਹ मध्यकाली वारतक बारे कीतियां जां परिवर्तन काल दी वारतक बारे कीतियां। अज असीं उस वार्ताकार बारे गल कर रहे हैं जिन्हों असीं आधुनिक वार्ताकार मानते हैं, गुरबख्श सिंह प्रीत लड़ी बारे। गुरबख्श सिंह प्रीत लड़ी दे नाल ही असीं नाम लैंदे हैं कि जदों आधुनिक वार्ताकारां दा उन्हां च भाई वीर सिंह, पूरन सिंह, प्रिंसीपल तेजा सिंह, बिहारी लाल पुरी, इन्हां दा भी नाम लैंदे हैं। पर जिहड़ा भाई वीर सिंह दी वारतक आ ਉਹਦਾ ਜਿਹੜਾ ਸਾਰੇ ਦਾ ਸਾਰਾ ਵਿਸ਼ਾ ਵਸਤੂ ਆ ਉਹ ਸਿੱਖ ਇਤਿਹਾਸ ਜਾਂ ਸਿੱਖ ਧਰਮ ਜਾਂ ਪੁਰਾਤਨ ਵਿਸ਼ਿਆਂ ਵੱਲ ਹੀ ਮੁੜਦਾ ਹੈ। ਜਦੋਂ ਕਿ ਜਿਹੜਾ ਗੁਰਬਖਸ਼ ਸਿੰਘ ਆ ਉਹ ਨਾ ਕੇਵਲ ਵਾਰਤਕ ਲਿਖਣ ਢੰਗ, ਲਿਖਣ ਸ਼ੈਲੀ, ਵਾਰਤਕ ਸ਼ੈਲੀ ਹੀ ਆਧੁਨਿਕ ਆ, ਸਗੋਂ ਉਹਦੇ ਵਿਸ਼ੇ ਵੀ ਆਧੁਨਿਕ ਨੇ, ਸਮਕਾਲੀ ਸਮਾਜ ਨਾਲ ਜੁੜੇ ਹੋਏ ਨੇ। ਅਤੇ ਇੱਕ ਤਰ੍ਹਾਂ ਨਾਲ ਆਕਾਰ ਪੱਖੋਂ ਤੇ ਮਿਆਰ ਪੱਖੋਂ ਗੁਰਬਖਸ਼ ਸਿੰਘ ਪ੍ਰੀਤ ਲੜੀ ਨੂੰ ਹੀ ਅਸੀਂ ਆਧੁਨਿਕ ਵਾਰਤਕ ਦੇ ਮੋਢੀ ਥੰਮਾਂ ਦੇ ਵਿੱਚੋਂ ਮੰਨ ਸਕਦੇ ਹਾਂ। ਗੁਰਬਖਸ਼ ਸਿੰਘ ਪ੍ਰੀਤ ਲੜੀ ਦੇ ਜੀਵਨ ਬਾਰੇ ਜਾਣਨਾ ਵੀ ਤੁਹਾਡੇ ਲਈ ਬੜਾ ਮਹੱਤਵਪੂਰਨ ਹੋਵੇਗਾ ਕਿ ਗੁਰਬਖਸ਼ ਸਿੰਘ ਪ੍ਰੀਤ ਲੜੀ ਦਾ ਜਿਹੜਾ ਜਨਮ ਆ 1895 ਦੇ ਕਰੀਬ ਹੁੰਦਾ ਅਤੇ ਉਹ ਮੁੱਢਲੀ ਜਿਹੜੀ ਉਹਨਾਂ ਦੀ ਕਿਹਾ ਜਾ ਸਕਦਾ ਹੈਗਾ ਕਿ ਸਿੱਖਿਆ ਦਿਖਿਆ ਹੈਗੀ ਆ ਉਹ ਸਕੂਲ ਦੇ ਵਿੱਚ ਹੋਈ ਅਤੇ ਉਸ ਤੋਂ ਬਾਅਦ ਉਹਨਾਂ ਨੇ ਕਾਲਜ ਦੇ ਵਿੱਚ ਵੀ ਐਡਮਿਸ਼ਨ ਲਈ, 1 ਸਾਲ ਪਾਸ ਕੀਤਾ। ਬਾਅਦ ਦੇ ਵਿੱਚ ਕੁਝ ਦੇਰ ਨੌਕਰੀ ਕੀਤੀ, ਨੌਕਰੀ ਕਰਨ ਤੋਂ ਬਾਅਦ ਕਲਰਕੀ ਕੀਤੀ। ਉਸ ਤੋਂ ਬਾਅਦ ਫਿਰ ਉਹਨਾਂ ਨੇ ਰੁੜਕੀ, ਜਿਹੜੀ ਹੁਣ IIT ਰੁੜਕੀ ਆ, ਉਸ ਸਮੇਂ ਜਿਹੜਾ ਇੰਜੀਨੀਅਰਿੰਗ ਕਾਲਜ ਸੀ ਉੱਥੋਂ ਇੰਜੀਨੀਅਰਿੰਗ ਦੀ ਡਿਗਰੀ ਲਈ। ਉਹ ਡਿਗਰੀ ਲੈ ਕੇ ਉਸ ਤੋਂ ਬਾਅਦ ਫਿਰ ਕੁਝ ਦੇਰ ਨੌਕਰੀ ਕੀਤੀ ਅਤੇ ਨੌਕਰੀ ਕਰਨ ਤੋਂ ਬਾਅਦ ਫਿਰ ਉਹਨਾਂ ਨੂੰ ਇਹ ਲੱਗਿਆ ਕਿ ਮੈਨੂੰ ਅਮਰੀਕਾ ਜਾ ਕੇ ਪੜ੍ਹਨਾ ਚਾਹੀਦਾ ਅਤੇ ਅਮਰੀਕਾ ਦੀ ਮਿਸ਼ੀਗਨ ਯੂਨੀਵਰਸਿਟੀ ਤੋਂ ਉਹਨਾਂ ਨੇ ਫਿਰ ਇੰਜੀਨੀਅਰਿੰਗ ਦੇ ਵਿੱਚ BSc ਕੀਤੀ। ਵਾਪਸ ਆਏ ਅਤੇ ਵਾਪਸ ਆ ਕੇ ਫਿਰ ਕੁਝ ਦੇਰ ਨੌਕਰੀ ਕੀਤੀ। ਨੌਕਰੀ ਕਰਨ ਤੋਂ ਬਾਅਦ ਫਿਰ ਉਹਨਾਂ ਨੂੰ ਲੱਗਿਆ ਕਿ ਨੌਕਰੀ ਜਿਹੜੀ ਹੈਗੀ ਆ ਉਹ ਉਹਨਾਂ ਦੇ ਟੈਂਪਰਾਮੈਂਟ ਦੇ, ਉਹਨਾਂ ਦੇ ਸੁਭਾਅ ਦੇ ਅਨੁਸਾਰ ਨਹੀਂ ਗੀ। ਇਸ ਕਰਕੇ ਫਿਰ ਉਹਨਾਂ ਨੇ ਆਪਣਾ ਕਾਰੋਬਾਰ ਸ਼ੁਰੂ ਕਰਿਆ। ਪਹਿਲਾਂ ਖੇਤੀ ਸ਼ੁਰੂ ਕੀਤੀ ਅਤੇ ਜਦੋਂ ਖੇਤੀ ਸ਼ੁਰੂ ਕੀਤੀ ਤਾਂ ਸਭ ਤੋਂ ਵੱਡੀ ਗੱਲ ਕਿ ਪਹਿਲੀ ਵਾਰੀ ਠੇਕੇ 'ਤੇ ਪਟੇ 'ਤੇ ਜ਼ਮੀਨ ਲੈ ਕੇ ਉਹਨਾਂ ਨੇ ਜਿਹੜੀ ਖੇਤੀ ਆ ਟਰੈਕਟਰ ਨਾਲ ਖੇਤੀ ਕਰਨੀ ਸ਼ੁਰੂ ਕੀਤੀ। ਅਤੇ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਜਿਹੜੀ ਖੇਤੀ ਦੇ ਵਿੱਚ ਆਧੁਨਿਕਤਾ ਹੈ ਉਹਦਾ ਜਿਹੜਾ ਪ੍ਰਤੀਕਾਤਮਕ ਰੂਪ ਆ ਉਹ ਗੁਰਬਖਸ਼ ਸਿੰਘ ਨੇ ਕਿਹਾ ਜਾ ਸਕਦਾ ਹੈ ਕਿ ਪਿਛਲੀ ਸਦੀ ਦੇ ਮੁੱਢ 'ਚ ਹੀ ਬੰਨ੍ਹ ਦਿੱਤਾ ਸੀ। ਪਰ ਜਲਦੀ ਹੀ ਉਹਨਾਂ ਨੇ ਜਿਹੜਾ ਹੈਗਾ ਉਹਨੂੰ ਕਿਹਾ ਜਾ ਸਕਦਾ ਕਿ ਉਹਨਾਂ ਨੇ ਇੱਕ ਪਿੰਡ ਵਸਾਇਆ, ਪ੍ਰੀਤ ਨਗਰ। ਪ੍ਰੀਤ ਨਗਰ ਜਿਹੜਾ ਪਿੰਡ ਵਸਾਇਆ, ਉਹਨਾਂ ਨੇ ਪ੍ਰੀਤ ਲੜੀ ਕੱਢਣੀ ਸ਼ੁਰੂ ਕੀਤੀ। 1933 ਦੇ ਵਿੱਚ ਪ੍ਰੀਤ ਲੜੀ ਉਹਨਾਂ ਨੇ ਕੱਢਣੀ ਸ਼ੁਰੂ ਕੀਤੀ। ਜਿਹੜੀ ਪ੍ਰੀਤ ਲੜੀ ਰਸਾਲਾ ਉਹਦੇ ਨੇ ਆਪਣੇ ਵਿਚਾਰਾਂ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ। ਉਹਨਾਂ ਨੇ ਨਾਵਲ ਵੀ ਲਿਖੇ, ਅਣਵਿਆਹੀ ਮਾਂ, ਰੁੱਖਾਂ ਦੀ ਜਰਾਂਦ। ਉਹਨਾਂ ਨੇ ਨਾਟਕ ਵੀ ਲਿਖੇ, ਰਾਜਕੁਮਾਰੀ ਲਲਿਤਾ। ਉਹਨਾਂ ਨੇ ਕਹਾਣੀਆਂ ਵੀ ਲਿਖੀਆਂ। ਉਹਨਾਂ ਨੇ ਬੰਬ ਬਹਾਦਰ ਵਰਗੀਆਂ ਕਹਾਣੀਆਂ ਤੁਹਾਨੂੰ ਅੱਜ ਵੀ ਯਾਦ ਹੋਣਗੀਆਂ, ਕਹਾਣੀਆਂ ਵੀ ਲਿਖੀਆਂ। ਉਹਨਾਂ ਨੇ ਵਾਰਤਕ ਲਿਖੀ, ਪਰ ਵਾਰਤਕ ਉਹਨਾਂ ਦੀ ਬੜੀ ਕਮਾਲ ਦੀ ਵਾਰਤਕ ਲਿਖੀ ਅਤੇ ਵਾਰਤਕ ਦੀਆਂ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਨੇ। ਕੁੱਲ ਕਿਤਾਬਾਂ ਉਹਨਾਂ ਦੀਆਂ 50 ਤੋਂ ਵੀ ਅੱਧੇ ਸੈਂਕੜੇ ਤੋਂ ਉਹਨਾਂ ਦੀ ਗਿਣਤੀ ਟੱਪਦੀ ਹੈ। ਪਰ ਜਿਹੜੀਆਂ ਵਾਰਤਕ ਦੀਆਂ ਕਿਤਾਬਾਂ, ਸਾਵੀਂ ਪੱਧਰੀ ਜ਼ਿੰਦਗੀ, ਜ਼ਿੰਦਗੀ ਦੀ ਡਾਟ, ਜ਼ਿੰਦਗੀ ਦੀ ਰਾਸ, ਇਸ ਤੋਂ ਇਲਾਵਾ ਉਹਨਾਂ ਨੇ ਸਵੈ ਜੀਵਨੀ ਵੀ ਲਿਖੀ, ਆਪਣੀ ਜੀਵਨੀ ਲਿਖੀ ਕਿ ਮੰਜ਼ਿਲ ਦਿਸ ਪਈ, ਜਾਂ ਉਹਨਾਂ ਨੇ ਆਪਣੇ ਸਫ਼ਰਨਾਮੇ ਵੀ ਲਿਖੇ, ਆਪਣੀਆਂ ਯਾਦਾਂ ਲਿਖੀਆਂ, ਸੁਪਨੇ ਲਿਖੇ, ਡਾਇਰੀ ਲਿਖੀ, ਬਹੁਤ ਕੁਝ ਲਿਖਿਆ। ਇੱਕ ਸੰਸਥਾ ਸੀ ਗੁਰਬਖਸ਼ ਸਿੰਘ ਪ੍ਰੀਤ ਲੜੀ। ਤਾਂ ਗੁਰਬਖਸ਼ ਸਿੰਘ ਪ੍ਰੀਤ ਲੜੀ ਬਾਰੇ ਬਹੁਤ ਗੱਲਾਂ ਨੇ। ਉਸ ਤੋਂ ਬਾਅਦ ਉਹਨਾਂ ਨੇ ਪ੍ਰੀਤ ਨਗਰ ਵਸਾਇਆ, ਪ੍ਰੀਤ ਲੜੀ ਸ਼ੁਰੂ ਕੀਤੀ। ਉੱਥੇ ਵੱਡੇ ਵੱਡੇ ਜਿਹੜੇ ਲੋਕ ਉਹ ਆ ਕੇ ਰਹਿਣ ਲੱਗੇ। ਉਸ ਸਮੇਂ ਦੇ ਸਾਹਿਤਕਾਰ ਜਿਨ੍ਹਾਂ ਦੇ ਵਿੱਚ ਨਾਨਕ ਸਿੰਘ ਜੀ ਸ਼ਾਮਲ ਨੇ, ਬਲਰਾਜ ਸਾਹਨੀ ਜੀ ਸ਼ਾਮਲ ਨੇ, ਸੋਭਾ ਸਿੰਘ ਜੀ ਸ਼ਾਮਲ ਨੇ। ਉੱਥੇ ਵੱਡੇ ਵੱਡੇ ਜਿਹੜੇ ਲੇਖਕ ਨੇ ਉਹ ਆਉਂਦੇ ਸੀਗੇ, ਮਿਲ ਬੈਠਦੇ ਸੀਗੇ, ਨਾਟਕ ਹੁੰਦੇ ਸੀਗੇ। ਇਹ ਵੀ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬੀ ਦੇ ਜਿਹੜੇ ਮੁੱਢਲੇ ਨਾਟਕ ਨੇ ਉਹ ਉੱਥੇ ਪ੍ਰੀਤ ਨਗਰ ਦੇ ਵਿੱਚ ਸ਼ੁਰੂ ਹੋਏ। ਜਿਹੜੇ ਮੁੱਢਲੀ ਅਭਿਨੇਤਰੀ ਆ
ਉਹ ਵੀ ਉਹਨਾਂ ਦੀ ਬੇਟੀ ਸੀਗੀ ਪਹਿਲੀ ਵਾਰੀ। ਇਹ ਵੀ ਕਿ ਇਹ ਅੰਗਰੇਜ਼ ਸਾਮਰਾਜ ਦੇ ਖਿਲਾਫ ਨਾਟਕ ਖੇਡੇ ਗਏ, ਇਸ ਕਰਕੇ ਉਹਨਾਂ ਨੂੰ ਇੱਕ ਵਾਰ ਥਾਣੇ ਦੇ ਵਿੱਚ ਵੀ ਜਾਣਾ ਪਿਆ ਉਹਨਾਂ ਦੀ ਬੇਟੀ ਨੂੰ। ਤਾਂ ਇੱਕ ਬਹੁਤ ਕੁਝ ਨਵਾਂ ਕੀਤਾ, ਬਹੁਤ ਚੀਜ਼ਾਂ ਦੇ ਵਿੱਚ ਉਹਨਾਂ ਨੇ ਪਹਿਲ ਕੀਤੀ, ਉਹ ਚਾਹੇ ਟਰੈਕਟਰ ਦੀ ਖੇਤੀ ਹੋਵੇ, ਚਾਹੇ ਨਾਟਕ ਕਰਾਉਣੇ ਹੋਣ, ਚਾਹੇ ਆਧੁਨਿਕ ਢੰਗ ਦਾ ਜੀਵਨ ਜਾਚ ਸਿਖਾਉਣੀ ਹੋਵੇ। ਤਾਂ ਇੱਕ ਸੰਸਥਾ ਸੀਗੀ। ਤਾਂ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਜੀਵਨ ਬਾਰੇ ਤਾਂ ਬਹੁਤ ਗੱਲਾਂ ਹੈ, ਉਹਨਾਂ ਦੀ ਤੁਸੀਂ ਸਵੈ ਜੀਵਨੀਆਂ ਪੜ੍ਹ ਸਕਦੇ ਹੈਗੇ ਆ। ਸਵੈ ਜੀਵਨੀ ਦੇ 3 ਭਾਗ ਨੇ, ਉਹਨਾਂ ਨੂੰ ਤੁਸੀਂ ਪੜ੍ਹ ਸਕਦੇ ਹੈਗੇ। ਪਰ ਇੰਨਾ ਆਪਣੇ ਕੋਲ ਇੱਥੇ ਸਮਾਂ ਨਹੀਂ ਹੁੰਦਾ, ਇਸ ਕਰਕੇ ਮੈਂ ਮੁੱਖ ਤੌਰ 'ਤੇ ਉਹਦੇ ਵਿਚਾਰਾਂ ਬਾਰੇ ਪਰਤਣਾ ਚਾਹੁੰਦਾ ਕਿ ਮੁੱਖ ਤੌਰ 'ਤੇ ਵਿਚਾਰ ਉਹਨਾਂ ਦੇ ਕਿਸ ਕਿਸਮ ਦੇ ਸੀ। ਤਾਂ ਪਹਿਲੀ ਗੱਲ ਤਾਂ ਇਹ ਕਿ ਗੁਰਬਖਸ਼ ਸਿੰਘ ਜਿਹੜੇ ਪ੍ਰੀਤਲੜੀ ਆ, ਉਹਨਾਂ ਨੇ ਵਿਗਿਆਨ ਤਕਨੀਕ ਨੂੰ ਅਹਿਮੀਅਤ ਦਿੱਤੀ। ਅਤੇ ਵਿਗਿਆਨ ਨੂੰ ਅਤੇ ਤਕਨੀਕ ਨੂੰ ਅਹਿਮੀਅਤ ਦੇਣ ਦਾ ਮੰਤਵ ਕੀ ਕਿ ਉਹਨਾਂ ਨੇ, ਜਿਹਨੂੰ ਕਿਹਾ ਜਾ ਸਕਦਾ ਸੀ ਕਿ ਜਿਹੜੀ ਸਾਡਾ ਸਮਾਜ ਸੀਗਾ ਉਹ ਧਰਮ ਆਧਾਰਿਤ ਪੁਰਾਤਨ ਸੋਚ ਵਾਲਾ ਸੀਗਾ, ਮੱਧਕਾਲੀ ਸੋਚ ਵਾਲਾ ਸੀਗਾ, ਜਿਹਦੇ ਵਿੱਚ ਬਹੁਤੀ ਜਿਹੜੀ ਗੱਲ ਆ ਸਾਡੇ ਸਾਹਿਤ ਵਿੱਚ ਉਹ ਰੱਬ ਦੀ, ਰੂਹ ਦੀ, ਆਤਮਾ ਦੀ, ਪਰਮਾਤਮਾ ਦੀ, ਮੁਕਤੀ ਮਾਰਗ ਦੀ ਹੁੰਦੀ ਸੀ। ਤਾਂ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਜਿਹੜੇ ਮੁੱਖ ਵਿਚਾਰ ਸੀਗੇ ਵਿਗਿਆਨਕ ਸੋਚਾਂ ਬਾਰੇ, ਵਿਗਿਆਨਕ ਸਿਧਾਂਤਾਂ ਬਾਰੇ ਜਾਣਕਾਰੀ ਦੇਣੀ, ਫਿਰ ਉਹਨਾਂ ਨੂੰ ਤਕਨੀਕ 'ਚ ਕਿਵੇਂ ਢਾਲ ਕੇ ਜੀਵਨ ਕਿਵੇਂ ਸੌਖਾ ਬਣਾਇਆ ਜਾ ਸਕਦਾ, ਕਿਉਂਕਿ ਉਹ ਬੁਨਿਆਦੀ ਤੌਰ 'ਤੇ ਇੰਜੀਨੀਅਰ ਸੀਗੇ। ਇਸ ਕਰਕੇ ਇਹਨਾਂ ਗੱਲਾਂ ਬਾਰੇ ਪਹਿਲੀ ਵਾਰੀ ਜਿਹੜਾ ਵਿਚਾਰ ਚਰਚਾ ਹੈ, ਜਿਹਨੂੰ ਕਹਿ ਸਕਦੇ ਹਾਂ ਆਧੁਨਿਕ ਵਿਚਾਰਾਂ ਦਾ ਪ੍ਰਵੇਸ਼ ਆ, ਜਿਹੜਾ ਕਿਹਾ ਜਾ ਸਕਦਾ ਹੈ ਕਿ ਲੌਕਿਕ ਸੰਸਾਰ ਤੋਂ, ਅਲੌਕਿਕ ਸੰਸਾਰ ਤੋਂ ਲੌਕਿਕ ਸੰਸਾਰ ਵੱਲ, ਉਹ ਅਰਸ਼ੀ ਸੰਸਾਰ ਤੋਂ ਫਰਸ਼ੀ ਸੰਸਾਰ ਵੱਲ, ਯਥਾਰਥ ਵੱਲ ਉਹਨਾਂ ਨੇ ਪੰਜਾਬੀ ਵਾਰਤਕ ਨੂੰ ਮੋੜਿਆ। ਇੱਕ ਤਾਂ ਇਹ ਉਹਨਾਂ ਦੇ ਵਿਚਾਰਾਂ ਦੀ ਵੱਡੀ ਗੱਲ, ਵਿਗਿਆਨ ਦਾ ਵਿਦਿਆਰਥੀ ਹੋਣ ਦੇ ਨਾਤੇ। ਦੂਸਰੀ ਜਿਹੜੀ ਗੱਲ ਆ ਕਿ ਉਹ ਅਮਰੀਕਾ ਗਏ, ਅਮਰੀਕਾ ਪੜ੍ਹਨ ਗਏ, ਅਤੇ ਅਮਰੀਕਨ ਜਿਹੜੀ ਜੀਵਨ ਜਾਚ ਹੈਗੀ ਆ, ਜਿਹਨੂੰ ਅਸੀਂ ਕਹਿੰਦੇ ਵਿਵਹਾਰਵਾਦ ਜਾਂ ਪ੍ਰੈਗਮੈਟਿਜ਼ਮ, ਉਹਦਾ ਵੀ ਉਹਨਾਂ 'ਤੇ ਅਸਰ ਸੀ। ਅਤੇ ਉਹ ਜਿਹੜਾ ਅਸਰ ਆ ਉੱਥੋਂ ਦੀ ਸੁਤੰਤਰਤਾ ਦਾ, ਉੱਥੋਂ ਦੀ ਲੋਕਤੰਤਰ ਦਾ, ਉੱਥੋਂ ਦੇ ਜੀਵਨ ਦੀ ਖੁੱਲ੍ਹ ਦਾ ਉਹਨਾਂ 'ਤੇ ਅਸਰ ਹੋਇਆ। ਅਤੇ ਉਹ ਇੱਕ ਤਰ੍ਹਾਂ ਦਾ ਪੰਜਾਬ ਨੂੰ ਆਧੁਨਿਕ ਬਣਾਉਣਾ ਚਾਹੁੰਦੇ ਸੀ, ਐਨ ਉਸੇ ਤਰ੍ਹਾਂ ਜਿਵੇਂ ਉਸ ਸਮੇਂ ਦਾ ਅਮਰੀਕਾ ਸੀ ਕਿ ਜਿਹੜਾ ਬਰਾਬਰੀ, ਭਾਈਚਾਰਾ, ਲੋਕਤੰਤਰ ਦੀ ਗੱਲ ਕਰਦਾ ਸੀਗਾ। ਉਸ ਕਿਸਮ ਦਾ ਅਮਰੀਕਾ ਉਹ ਬਣਾਉਣਾ ਚਾਹੁੰਦੇ ਸੀਗੇ, ਅਮਰੀਕਾ ਵਰਗਾ ਪੰਜਾਬ ਬਣਾਉਣਾ ਚਾਹੁੰਦੇ ਸੀ, ਜਿਹੜਾ ਬਾਅਦ ਦੇ ਵਿੱਚ ਬਹੁਤ ਸਾਰੇ ਲੀਡਰਾਂ ਨੇ ਇਹ ਜੁਮਲਾ ਵੀ ਵਰਤਣਾ ਸ਼ੁਰੂ ਕੀਤਾ ਕਿ ਅਸੀਂ ਪੰਜਾਬ ਨੂੰ ਕੈਲੀਫੋਰਨੀਆ ਬਣਾਵਾਂਗੇ, ਇਹ ਜਾਂ ਅਮਰੀਕਾ ਬਣਾਵਾਂਗੇ। ਇਹ ਗੱਲਾਂ ਗਿਆਨੀ ਜੈਲ ਸਿੰਘ ਤੋਂ ਲੈ ਕੇ ਪ੍ਰਕਾਸ਼ ਸਿੰਘ ਬਾਦਲ ਤੱਕ ਸਾਰੇ ਹੀ ਲੀਡਰ ਗਾਹੇ ਬਗਾਹੇ ਕਹਿੰਦੇ ਰਹੇ। ਇਹ ਜਿਹੜਾ ਸੁਪਨਾ ਸੀ ਕਿ ਪੰਜਾਬ ਨੂੰ ਅਮਰੀਕਾ ਬਣਾਉਣਾ ਹੈ, ਇਹ ਜਿਹੜੀ ਪਹਿਲੀ ਵਾਰੀ ਹੈ ਜਿਹੜੀ ਇਹ ਗੁਰਬਖਸ਼ ਸਿੰਘ ਦੀਆਂ ਉਹ ਨਾਅਰੇ ਵਜੋਂ ਨਹੀਂ, ਉਹਨਾਂ ਦੀਆਂ ਲਿਖਤਾਂ 'ਚੋਂ ਇਹ ਗੱਲ ਝਲਕਦੀ ਸੀਗੀ। ਜਿਹੜੀ ਤੀਜੀ ਮਹੱਤਵਪੂਰਨ ਗੱਲ ਸੀ ਕਿ ਜਿਹੜਾ ਪੰਜਾਬੀ ਸਮਾਜ ਆ, ਇਹਦੇ ਵਿੱਚ ਜਿਹੜਾ ਮੁਹੱਬਤ ਆ ਜਾਂ ਪਿਆਰ ਆ, ਇਹਦੇ ਬਾਰੇ ਦ੍ਰਿਸ਼ਟੀਕੋਣ ਬੜਾ ਸੰਕੀਰਨ ਆ। ਭਾਵੇਂ ਸਾਡੇ ਕੋਲ ਕਿੱਸਾ ਕਾਵ ਸੀ, ਪਰ ਉਹ 4-5 ਕਿੱਸੇ ਹੀ ਵਾਰ-ਵਾਰ ਦੁਹਰਾਏ ਜਾਂਦੇ ਸੀ। ਅਸੀਂ ਸਮਕਾਲੀ ਸਮਾਜ ਵਿੱਚ ਜਿਹੜਾ ਪਿਆਰ ਦੀ ਹੋਂਦ ਜਾਂ ਮੁਹੱਬਤ ਦੀ ਹੋਂਦ ਤੋਂ ਇਨਕਾਰੀ ਸੀਗੇ। ਉਹ ਅਸੀਂ ਪੁਰਾਣਿਆਂ ਕਿੱਸਿਆਂ ਦੇ ਓਲੇ ਹੀ ਆਪਣੇ ਭਾਵਾਂ ਨੂੰ ਪ੍ਰਗਟ ਕਰਦੇ ਸੀ। ਅਤੇ ਪਹਿਲੀ ਵਾਰੀ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਮੁਹੱਬਤ ਨੂੰ, ਪਿਆਰ ਨੂੰ ਇਜ਼ਹਾਰ ਕਰਨ ਵਾਲਾ ਇੱਕ ਜਜ਼ਬਾ ਮੰਨਿਆ ਕਿ ਇਹ ਵੀ ਇੱਕ ਜਜ਼ਬਾ ਹੈਗਾ। ਪਰ ਉਹਨਾਂ ਨੇ ਆਪਣਾ ਹੀ ਇੱਕ ਸਿਧਾਂਤ ਵਿਕਸਿਤ ਕੀਤਾ, ਜਿਹਨੂੰ ਕਹਿੰਦੇ ਆ ਕਿ ਪਿਆਰ ਕਬਜ਼ਾ ਨਹੀਂ ਪਹਿਚਾਨ ਹੈ। ਇਸੇ ਨਾਂ ਦੀ ਉਹਨਾਂ ਦੀ ਇੱਕ ਕਹਾਣੀ ਵੀ ਆ ਕਿ ਪਿਆਰ ਕਬਜ਼ਾ ਨਹੀਂ ਪਹਿਚਾਨ ਹੈ। ਅਸਲ ਦੇ ਵਿੱਚ ਕੀ ਸੀਗਾ ਕਿ ਗੁਰਬਖਸ਼ ਸਿੰਘ ਪ੍ਰੀਤਲੜੀ ਜਿਹੜਾ ਮੁਹੱਬਤ ਦਾ ਜਜ਼ਬਾ ਹੈਗਾ ਉਹਨੂੰ ਪ੍ਰਗਟ ਕਰਨਾ ਚਾਹੁੰਦੇ ਸੀ, ਪਰ ਜਿਹੜਾ ਪੰਜਾਬੀ ਸਮਾਜ ਆ ਉਹ ਮੁਹੱਬਤ ਦੇ ਵਿੱਚ ਜਿਹੜਾ ਸਰੀਰਕ ਖਿੱਚ ਆ ਜਾਂ ਸਰੀਰਕ ਜਿਹੜਾ ਮੇਲ ਆ ਉਹਨੂੰ ਹਜੇ ਪ੍ਰਵਾਨ ਕਰਨ ਦੀ ਸਥਿਤੀ ਵਿੱਚ ਨਹੀਂ ਸੀ, ਜਾਂ ਹਜੇ ਸਾਡਾ ਮਨ ਇਸ ਕਿਸਮ ਦਾ ਨਹੀਂ ਸੀਗਾ। ਤਾਂ ਉਹਨਾਂ ਨੇ ਇੱਕ ਵਿਚਕਾਰਲਾ ਰਿਸ਼ਤਾ ਕੱਢਿਆ, ਵਿਚਕਾਰਲਾ ਰਸਤਾ ਕੱਢਿਆ, ਅਤੇ ਰਿਸ਼ਤੇ ਦਾ ਨਾਂ ਰੱਖਿਆ ਕਿ ਪਿਆਰ ਕਬਜ਼ਾ ਨਹੀਂ। ਕਬਜ਼ੇ ਤੋਂ ਭਾਵ ਕਿ ਜ਼ਰੂਰੀ ਨਹੀਂ ਕਿ ਜਿਸ ਨੂੰ ਤੁਸੀਂ ਮੁਹੱਬਤ ਕਰਦੇ ਹੋ ਉਹਦੇ ਨਾਲ ਸਰੀਰਕ ਸੰਬੰਧ ਹੋਣ, ਜ਼ਰੂਰੀ ਨਹੀਂ ਜਿਸ ਨਾਲ ਤੁਸੀਂ ਮੁਹੱਬਤ ਕਰਦੇ ਹੋ ਉਸ ਨਾਲ ਹੀ ਵਿਆਹ ਹੋਵੇ, ਪਰ ਮੁਹੱਬਤ ਤਾਂ ਕੀਤੀ ਜਾ ਸਕਦੀ ਹੈ। ਇੱਕ ਉਹਨਾਂ ਦਾ ਵਾਕ ਆ, ਮੁਹੱਬਤ ਤਾਂ ਕੀਤੀ ਜਾ ਸਕਦੀ ਆ, ਦਾਤਾਂ ਤਾਂ ਦਿੱਤੀਆਂ ਜਾ ਸਕਦੀਆਂ। ਤਾਂ ਇਹ ਉਹਨਾਂ ਨੇ ਲੈ ਕੇ ਆਂਦਾ। ਇਹਦੇ ਪਿੱਛੇ ਕਿਤੇ ਨਾ ਕਿਤੇ ਜਿਹੜੀ ਯੂਨਾਨੀ ਫਿਲਾਸਫੀ ਹੈਗੀ ਹੈ, ਜਿਹਨੂੰ ਪਲੈਟੋਨਿਕ ਲਵ ਕਹਿੰਦੇ ਆ, ਕਿ ਰੂਹ ਦਾ, ਆਤਮਾ ਦਾ, ਮੁਹੱਬਤ ਦੀ ਜਿਹੜੀ ਗੱਲ ਹੈਗੀ ਆ, ਹੈ ਦੁਨਿਆਵੀ ਬੰਦਿਆਂ ਦੇ ਵਿੱਚ, ਰੱਬ ਨਾਲ ਨਹੀਂ, ਦੁਨਿਆਵੀ ਬੰਦਿਆਂ ਦੇ ਵਿੱਚ ਮੁਹੱਬਤ ਹੈਗੀ ਆ, ਪਰ ਉਹਦੇ ਵਿੱਚੋਂ ਸਰੀਰ ਖਾਰਜ ਕਰਕੇ ਸਿਰਫ ਆਤਮਾ ਦੀ ਜਾਂ ਰੂਹ ਦੀ ਜਾਂ ਮੁਹੱਬਤ ਦੀ ਜਾਂ ਮਾਨਸਿਕ ਸਾਂਝ ਦੀ ਗੱਲ ਕੀਤੀ। ਤਾਂ ਇਹ ਉਹਨਾਂ ਦਾ ਇੱਕ ਬਹੁਤ ਮਹੱਤਵਪੂਰਨ ਪੱਖ ਸੀਗਾ।
ਬਾਅਦ ਦੇ ਵਿੱਚ ਕੀ ਹੋਇਆ ਕਿ ਸ਼ਾਇਦ ਪੰਜਾਬ ਦੇ ਵਿੱਚ ਉਸ ਸਮੇਂ ਜਿਵੇਂ ਆਜ਼ਾਦੀ ਲਹਿਰ ਚੱਲ ਰਹੀ ਸੀ, ਉਹਦੇ ਵਿੱਚ ਕਮਿਊਨਿਸਟ ਲਹਿਰ ਜਾਂ ਪ੍ਰਗਤੀਵਾਦੀ ਵਿਚਾਰਾਂ ਦਾ ਦਖਲ ਸੀ। ਉਹਨਾਂ ਦਾ ਖੁਦ ਦਾ ਬੇਟਾ, 2 ਬੇਟੇ ਅਤੇ ਬੇਟੀਆਂ ਸੀਗੀਆਂ। ਜਿਹੜਾ ਬੇਟਾ ਹਿਰਦੇਪਾਲ ਅਤੇ ਆਪਣੇ ਨਵਤੇਜ ਸਿੰਘ, ਉਹਨਾਂ ਦਾ ਝੁਕਾਓ ਆ ਜਿਹੜਾ ਉਹ ਕਮਿਊਨਿਸਟ ਵਿਚਾਰਧਾਰਾ ਵੱਲ ਸੀ। ਉਸ ਕਾਰਨ ਕਰਕੇ ਬਾਅਦ ਦੇ ਵਿੱਚ ਉਹਨਾਂ ਦੇ ਵਿਚਾਰ ਵੀ ਕੁਝ ਸਮਾਜਵਾਦੀ ਵਿਚਾਰਧਾਰਾ ਵਰਗੇ ਹੋ ਗਏ। ਉਹਨਾਂ ਨੇ ਮੈਕਸਿਮ ਗੋਰਕੀ ਦਾ ਜਿਹੜਾ ਸੰਸਾਰ ਪ੍ਰਸਿੱਧ ਨਾਵਲ ਮਾਂ ਹੈ ਉਹ ਵੀ ਪੰਜਾਬੀ ਦੇ ਵਿੱਚ ਅਨੁਵਾਦਿਆ ਅਤੇ ਉਹਦੇ 'ਤੇ ਉਹਨਾਂ ਨੂੰ ਇਨਾਮ ਵੀ ਸੋਵੀਅਤ ਲੈਂਡ ਨਹਿਰੂ ਪੁਰਸਕਾਰ ਵੀ ਮਿਲਿਆ। ਉਹਨਾਂ ਨੇ ਦੁਨੀਆ ਦੇ ਦੇਸ਼ ਵੀ ਬਹੁਤ ਗਾਏ, ਉਹ ਘੁੰਮੇ ਫਿਰੇ ਬਹੁਤ। ਅਤੇ ਉਹਨਾਂ ਦੀ ਜਿਹੜੀ ਲਿਖਤ ਹੈਗੀ ਆ ਉਹਦੇ ਵਿੱਚ ਇੱਕ ਹੋਰ ਪੱਖ ਕਿ ਇੱਕ ਅਮਰੀਕੀ ਜੀਵਨ ਜਾਂਚ ਤੋਂ ਭਾਵ ਆਧੁਨਿਕ ਜੀਵਨ ਜਾਂਚ ਤੋਂ ਭਾਵ ਕਿ ਮਨੁੱਖ ਨੇ ਜ਼ਿੰਦਗੀ ਜੀਣੀ ਕਿਵੇਂ ਹੈ। ਇੱਥੋਂ ਤੱਕ ਕਿ ਤੁਸੀਂ ਹੈਰਾਨ ਹੋਵੋਗੇ ਕਿ ਮਨੁੱਖ ਨਹਾਵੇ ਕਿਵੇਂ, ਮਨੁੱਖ ਦੰਦ ਕਿਵੇਂ ਸਾਫ਼ ਕਰੇ, ਮਨੁੱਖ ਪੱਗ ਕਿਵੇਂ ਬੰਨੇ, ਮਨੁੱਖ ਤਿਆਰ ਕਿਵੇਂ ਹੋਵੇ, ਮਨੁੱਖ ਗੱਲਬਾਤ ਕਿਵੇਂ ਕਰੇ, ਮਨੁੱਖ ਲੋਕਾਂ ਨਾਲ ਸੰਬੰਧ ਕਿਵੇਂ ਰੱਖੇ, ਮਨੁੱਖ ਜ਼ਿੰਦਗੀ ਜੀਵੇ ਕਿਵੇਂ। ਇਹ ਸਾਰੀਆਂ ਗੱਲਾਂ, ਨਿੱਕੀਆਂ ਨਿੱਕੀਆਂ ਗੱਲਾਂ ਵੱਖ-ਵੱਖ ਢੰਗਾਂ ਨਾਲ ਉਹਨਾਂ ਨੇ ਲਿਖੀਆਂ ਆਪਦੇ ਵੱਖ-ਵੱਖ ਲੇਖਾਂ ਦੇ ਵਿੱਚ। ਦੂਜਾ ਜਿਹੜਾ ਪੱਖ ਆ ਉਹ ਮੁਹੱਬਤ ਦੇ ਪੱਖ ਵਿੱਚ, ਇਸ਼ਕ ਦੇ ਪੱਖ ਵਿੱਚ, ਰੂਹਾਂ ਦੇ ਮੇਲ ਦੇ ਪੱਖ ਵਿੱਚ ਉਹਨਾਂ ਨੇ ਗੱਲ ਉਠਾਈ। ਤੀਜੀ ਜਿਹੜੀ ਗੱਲ ਕਿ ਸਮਾਜਵਾਦ ਦੇ ਵਿਚਾਰਾਂ ਦੇ ਵੀ ਉਹ ਪੱਖ ਦੇ ਵਿੱਚ ਬਾਅਦ ਦੇ ਵਿੱਚ ਹੋ ਗਏ ਅਤੇ ਉਹ ਸਮਾਜਵਾਦੀ ਵਿਚਾਰਾਂ ਦੇ ਵੀ ਧਾਰਨੀ ਹੋ ਗਏ ਸੀਗੇ। ਜਿਹੜੀ ਅਗਲੀ ਗੱਲ ਮਹੱਤਵਪੂਰਨ ਇਹ ਆ ਕਿ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਜੀਵਨ ਜਾਚ ਨੂੰ ਪ੍ਰਗਟ ਕਰਨ ਲਈ ਜਿਹੜੀ ਪ੍ਰੀਤਲੜੀ ਅਖਬਾਰ ਰਸਾਲਾ ਸ਼ੁਰੂ ਕੀਤਾ, ਉਹ ਕਿਸੇ ਵੇਲੇ ਪੰਜਾਬੀ ਦਾ ਸਭ ਤੋਂ ਵੱਧ ਵਿਕਣ ਵਾਲਾ ਰਸਾਲਾ ਸੀ। 18 20 ਹਜ਼ਾਰ ਦੀ ਗਿਣਤੀ ਵਿੱਚ ਉਹ ਛਪਦਾ ਰਿਹਾ ਹੈਗਾ, ਇੱਦੋਂ ਵੀ ਵੱਧ ਗਿਣਤੀ ਦੇ ਵਿੱਚ ਵੀ ਛਪਦਾ ਰਿਹਾ ਹੈਗਾ। ਉਹ ਉਰਦੂ ਅੱਖਰਾਂ ਦੇ ਵਿੱਚ ਵੀ ਛਪਦਾ ਸੀਗਾ। ਤਾਂ ਉਸ ਨੇ ਬਹੁਤ ਸਾਰਾ ਸਾਡੇ ਸਾਹਿਤਕਾਰਾਂ ਨੂੰ ਪ੍ਰਭਾਵਿਤ ਕੀਤਾ। ਇੱਕ ਤਰ੍ਹਾਂ ਨਾਲ ਇਹ ਕਿਹਾ ਜਾ ਸਕਦਾ ਹੈਗਾ ਕਿ ਜਿਹੜਾ ਵੀ ਸਾਹਿਤਕਾਰ 1950 ਤੋਂ ਜਾਂ 1940 ਤੋਂ ਕਹਿ ਲਓ ਜਿਨ੍ਹਾਂ ਨੇ ਬਾਅਦ ਲਿਖਣਾ ਸ਼ੁਰੂ ਕੀਤਾ, ਲਗਭਗ 1980 ਤੱਕ, ਉਹਨਾਂ ਦੀ ਮ੍ਰਿਤੂ ਜਿਹੜੀ 1977-78 ਦੇ ਵਿੱਚ ਹੁੰਦੀ ਆ, 80 ਤੱਕ ਜਿਹੜੇ ਲੇਖਕ ਸੀਗੇ ਉਹਨਾਂ 'ਤੇ ਬਹੁਤ ਜ਼ਿਆਦਾ ਪ੍ਰੀਤਲੜੀ ਦਾ ਪ੍ਰਭਾਵ ਸੀਗਾ। ਹੈਰਾਨੀ ਵਾਲੀ ਗੱਲ ਆ ਕਿ ਬਹੁਤ ਸਾਰੇ ਜਿਹੜੇ ਪ੍ਰੀਤਲੜੀ ਦੇ ਵਿੱਚ ਇਸ਼ਤਿਹਾਰ ਛਪਦੇ ਹੁੰਦੇ ਸੀਗੇ, ਜਿਹੜੇ ਮੈਟਰੀਮੋਨੀਅਲ ਵਿਆਹ ਦੇ ਇਸ਼ਤਿਹਾਰ ਛਪਦੇ ਸੀ, ਉਹਦੇ ਵਿੱਚ ਹੁੰਦਾ ਸੀਗਾ ਕਿ ਲੜਕਾ ਜਾਂ ਲੜਕੀ ਜਾਂ ਪਰਿਵਾਰ ਪ੍ਰੀਤਲੜੀ ਦੇ ਖਿਆਲਾਂ ਦਾ ਹੈ। ਤਾਂ ਇਹ ਇੱਕ ਵੱਖਰੇ ਕਿਸਮ ਦੇ ਵਿਚਾਰ ਵਾਲੇ ਬੰਦੇ ਨੇ, ਅਗਾਂਹ ਵਧੂ ਵਿਚਾਰ ਵਾਲੇ ਬੰਦੇ ਨੇ। ਇਹ ਇੱਕ ਪੂਰੀ ਦੀ ਪੂਰੀ ਲੇਖਕ ਪੀੜ੍ਹੀ 'ਤੇ ਉਹਦਾ ਅਸਰ ਹੋਇਆ। ਇੱਥੋਂ ਤੱਕ ਕਿ ਵਰਿਆਮ ਸਿੰਘ ਸੰਧੂ ਵਰਗੇ ਤਾਂ ਬਹੁਤ ਵਾਰੀ ਇਹ ਗੱਲ ਓਪਨਲੀ ਵੀ ਮੰਨਦੇ ਆ ਕਿ ਅਸੀਂ ਗੁਰਬਖਸ਼ ਸਿੰਘ ਪ੍ਰੀਤਲੜੀ ਪੜ੍ਹਦੇ ਸੀ ਅਤੇ ਉਹਨਾਂ ਦਾ ਵਿਚਾਰਾਂ ਦਾ ਸਾਡੇ 'ਤੇ ਅਸਰ ਹੋਇਆ ਹੋਊਗਾ। ਅਤੇ ਇੱਕ ਪੀੜ੍ਹੀ ਨੂੰ ਉਸ ਗੁਰਬਖਸ਼ ਸਿੰਘ ਦੀ ਲੇਖਣੀ ਨੇ ਪ੍ਰਭਾਵਿਤ ਕੀਤਾ। ਦੂਜਾ, ਕਿਉਂਕਿ ਗੁਰਬਖਸ਼ ਸਿੰਘ ਜੀ ਪ੍ਰੀਤਲੜੀ ਕੱਢਦੇ ਸੀਗੇ, ਇਸ ਕਰਕੇ ਉਹ ਬਹੁਤੇ ਜਿਹੜੇ ਲੇਖ ਆ ਉਹ ਆਪ ਹੀ ਲਿਖਦੇ ਸੀ। ਅਤੇ ਇਸ ਕਾਰਨ ਕਰਕੇ ਉਹਨਾਂ ਦੀ ਜਿਹੜੀ ਲਿਖਣ ਦੀ ਜਿਹੜੀ ਮਿਆਰ ਆ ਉਹਨੂੰ ਜੇ ਆਪਾਂ ਪਾਸੇ ਵੀ ਛੱਡ ਦਈਏ ਤਾਂ ਮਕਦਾਰ ਬਹੁਤ ਆ। ਇਸੇ ਕਰਕੇ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਨੇ। ਹੁਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਸਾਰੀ ਦੀ ਸਾਰੀ ਜਿਹੜੀ ਵਾਰਤਕ ਆ ਉਹ ਛਾਪੀ ਹੋਈ ਹੈ। ਪਰ ਉਹਦੇ ਵਿੱਚ ਮੈਂ ਕਿ ਕਿਉਂਕਿ ਉਹ ਲਗਾਤਾਰ ਲਿਖਦੇ ਸੀਗੇ ਤਾਂ ਲਗਭਗ ਹਰ ਵਿਸ਼ੇ 'ਤੇ ਉਹਨਾਂ ਦਾ ਲਿਖਿਆ ਬਣਦਾ ਹੈਗਾ। ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਇੱਕ ਹੋਰ ਗੱਲ ਕਿ ਉਹਨਾਂ ਨੂੰ ਪ੍ਰੀਤ ਸ਼ਬਦ ਨਾਲ ਪ੍ਰੀਤਲੜੀ ਗੁਰਬਖਸ਼ ਸਿੰਘ ਪ੍ਰੀਤਲੜੀ ਕਿਹਾ ਜਾਂਦਾ। ਪ੍ਰੀਤਲੜੀ ਕਿਉਂਕਿ ਪ੍ਰੀਤਲੜੀ ਰਸਾਲਾ ਕੱਢਦੇ ਸੀਗੇ। ਪਰ ਉਹਨਾਂ ਨੇ ਜੇ ਨਗਰ ਵਸਾਇਆ ਤਾਂ ਉਹ ਵੀ ਪ੍ਰੀਤਨਗਰ ਸੀ। ਜੇ ਪ੍ਰੀਤਲੜੀ ਦੇ ਵਿੱਚ ਕੋਈ ਪ੍ਰਸ਼ਨ ਪੁੱਛਦਾ ਸੀ ਤਾਂ ਉਹ ਵੀ ਪ੍ਰੀਤ ਝਰੋਖੇ 'ਚ ਉਹ ਉੱਤਰ ਦਿੰਦੇ ਸੀਗੇ। ਜੇ ਮਤਲਬ ਕਿ ਕੋਈ ਕਿਤਾਬ ਦਾ ਨਾਂ ਰੱਖਣਾ ਤਾਂ ਉਹ ਵੀ ਪ੍ਰੀਤਾਂ ਦੀ ਪਹਿਰੇਦਾਰ। ਉਹ ਇੱਥੋਂ ਤੱਕ ਕਿ ਪ੍ਰੀਤ ਸੈਨਿਕ ਹੁੰਦੇ ਸੀਗੇ, ਪ੍ਰੀਤ ਮਿਲਣੀਆਂ ਹੁੰਦੀਆਂ ਸੀ। ਜਿਹੜੇ ਸੱਭਿਆਚਾਰਕ ਸਮਾਗਮ ਹੁੰਦੇ ਸੀ ਜਾਂ ਸਾਹਿਤਕ ਸਮਾਗਮ ਹੁੰਦੇ ਸੀਗੇ ਜਿੱਥੇ ਗੁਰਬਖਸ਼ ਸਿੰਘ ਜੀ ਨੂੰ ਲੋਕ ਮਿਲਣ ਜਾਂਦੇ ਸੀਗੇ, ਸਾਲਾਨਾ ਸਮਾਗਮ ਹੁੰਦੇ ਸੀ, ਅਤੇ ਉਹਨਾਂ ਦਾ ਨਾਂ ਵੀ ਪ੍ਰੀਤ ਮਿਲਣੀਆਂ ਹੁੰਦਾ ਸੀਗਾ। ਅਤੇ ਪ੍ਰੀਤ ਸ਼ਬਦ ਉਹਨਾਂ ਨੂੰ ਇੰਨਾ ਪਸੰਦ ਸੀ ਕਿ ਪ੍ਰੀਤ ਸੈਨਿਕ। ਇੱਥੋਂ ਤੱਕ ਕਿ ਜਿਹੜਾ ਅਣਵਿਆਹੀ ਮਾਂ ਹੈਗੀ ਆ ਉਹਦੇ ਵਿੱਚ ਜਿਹੜੀ ਇੱਕ ਡਾਇਲਾਗ ਆਉਂਦਾ ਕਿ ਜਿਹੜਾ ਨਾਇਕ ਆ ਉਹ ਪ੍ਰਭਾ ਦੀ ਪ੍ਰੀਤੋਪੈਥੀ ਨਾਲ ਵਧੇਰੇ ਠੀਕ ਹੋਇਆ। ਹੋਮੋਪੈਥੀ, ਐਲੋਪੈਥੀ ਦੀ ਤਰਜ਼ 'ਤੇ ਪ੍ਰੀਤੋਪੈਥੀ। ਤਾਂ ਪ੍ਰੀਤ ਸ਼ਬਦ ਨਾਲ ਉਹਨਾਂ ਦਾ ਮੁਹੱਬਤ ਸੀਗੀ। ਅਤੇ ਉਹ ਜਿਹੜਾ ਪ੍ਰੀਤਨਗਰ ਆ ਉਹ ਉੱਥੇ ਉਹ ਰਹਿੰਦੇ ਸੀ। ਜਦੋਂ ਦੇਸ਼ ਦੀ ਵੰਡ ਹੋਈ ਤਾਂ ਇੱਕ ਵਾਰੀ ਪ੍ਰੀਤਨਗਰ ਆ ਜਿਹੜਾ ਉੱਜੜ ਗਿਆ। ਉਹ ਕੁਝ ਦੇਰ ਦਿੱਲੀ ਗਏ ਪਰ ਦਿੱਲੀ ਉਹਨਾਂ ਦਾ ਜੀਅ ਨਹੀਂ ਲੱਗਿਆ। ਹਾਲਾਂਕਿ ਉੱਥੇ ਉਹਨਾਂ ਨੂੰ ਪਲਾਟ ਵੀ ਅਲਾਟ ਹੋ ਗਿਆ ਸੀ, ਉੱਥੇ ਉਹਨਾਂ ਨੇ ਪ੍ਰੈਸ ਵੀ ਦੁਬਾਰਾ ਲਗਾ ਲਈ ਸੀਗੀ, ਪਰ ਫਿਰ ਵੀ ਉਹ ਵਾਪਸ ਫਿਰ ਪ੍ਰੀਤਨਗਰ ਆਏ ਅਤੇ ਆਖਰੀ ਸਮੇਂ ਤੱਕ ਪ੍ਰੀਤਨਗਰ ਰਹਿੰਦੇ ਰਹੇ। ਹੁਣ ਵੀ ਪ੍ਰੀਤਨਗਰ ਵਿੱਚ ਉਹਨਾਂ ਦੇ ਪਰਿਵਾਰ ਦੇ ਜੀਅ ਵੱਸਦੇ ਨੇ
ਤੇ ਉੱਥੇ ਜਿਹੜੇ ਸਾਹਿਤਕ ਲੋਕ ਆ ਉਹ ਹੁਣ ਵੀ ਜਾਂਦੇ ਨੇ। ਤਾਂ ਜਿਹੜਾ ਪ੍ਰੀਤ ਨਗਰ ਵਸਾਉਣਾ ਉਹ ਆਪਣੇ ਆਪ ਦੇ ਵਿੱਚ ਇੱਕ ਨਵੀਂ ਸੁਪਨੇ ਸਾਜੀ ਸੀ, ਨਵੇਂ ਪੰਜਾਬ ਦਾ ਆਗਾਜ਼ ਸੀ। ਤਾਂ ਉਸ ਪੱਖ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਗੁਰਬਖਸ਼ ਸਿੰਘ ਪ੍ਰੀਤਲੜੀ ਲੋਕਤੰਤਰ ਸਾਮਰਾਜ ਦਾ ਵਿਰੋਧੀ ਸੀ, ਲੋਕਤੰਤਰ ਦਾ ਪੱਖੀ ਸੀ, ਔਰਤ ਦੀ ਆਜ਼ਾਦੀ ਦੀ ਗੱਲ ਕਰਦਾ ਸੀ, ਔਰਤ ਨੂੰ ਸਮਾਜ ਵਿੱਚ ਬਰਾਬਰ ਥਾਂ ਦੇਣ ਦੀ ਗੱਲ ਕਰਦਾ ਸੀ, ਧਾਰਮਿਕ ਫਿਰਕਾ ਪ੍ਰਸਤੀ ਦੇ ਉਲਟ ਸੀਗਾ। ਇੱਥੋਂ ਤੱਕ ਇਹ ਬੜੀ ਹੈਰਾਨੀ ਵਾਲੀ ਗੱਲ ਆ ਕਿ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਬਹੁਤ ਸਾਰੇ ਲੇਖ ਆ ਜਿਹੜੇ ਉਹ ਧਾਰਮਿਕ ਮੁੱਦਿਆਂ ਦੇ ਉੱਪਰ ਤਾਂ ਨਹੀਂ ਪਰ ਧਾਰਮਿਕ ਸ਼ਖਸੀਅਤਾਂ ਦੇ ਉੱਤੇ ਹੈਗੇ ਆ। ਖਾਸ ਕਰਕੇ ਉਹਨਾਂ ਦਾ ਇੱਕ ਜਿਹੜਾ ਲੇਖ ਆ ਉਹ ਕਿਤਾਬ ਦਾ ਨਾਂ ਵੀ ਆ ਪਰਮ ਮਨੁੱਖ। ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਉਹਨਾਂ ਦਾ ਇੱਕ ਲੇਖ ਸੀਗਾ ਜਿਹਨੂੰ ਉਸ ਸਮੇਂ ਦੇ ਸਿੱਖ ਜਿਹੜੇ ਵਿਦਵਾਨ ਸੀਗੇ, ਪੜ੍ਹੇ ਲਿਖੇ ਵਿਦਵਾਨ ਸੀਗੇ, ਉਹਨਾਂ ਨੇ ਬਹੁਤ ਉਹਦੀ ਪ੍ਰਸ਼ੰਸਾ ਕੀਤੀ। ਪਰ ਇਸ ਦੇ ਬਾਵਜੂਦ ਜਿਹੜੇ ਕੱਟੜ ਲੋਕ ਸੀਗੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਪਰਮ ਮਨੁੱਖ ਕਿਉਂ ਕਿਹਾ ਗਿਆ, ਕਿ ਉਹ ਪਰਮ ਮਨੁੱਖ ਨਹੀਂ ਗੇ, ਉਹਨਾਂ ਨੂੰ ਪਰਮ ਮਨੁੱਖ ਨਹੀਂ ਕਿਹਾ ਜਾ ਸਕਦਾ। ਤਾਂ ਇਹੋ ਜਿਹੀ ਗੱਲ 'ਤੇ ਪ੍ਰੀਤਲੜੀ ਕੁਝ ਦੇਰ ਲਈ ਖਾਲਸਾ ਸੰਸਥਾਵਾਂ ਦੇ ਵਿੱਚ ਬੈਨ ਵੀ ਰਹੀ। ਪਰ ਇਸ ਦੇ ਬਾਵਜੂਦ ਉਹਨਾਂ ਦਾ ਜਿੱਥੋਂ ਤੱਕ ਮੈਂ ਸਮਝਦਾ ਕਿ ਉਹ ਵਿਗਿਆਨਕ ਧਰਮ ਨੂੰ ਵਿਗਿਆਨਕ ਨਜ਼ਰੀਏ ਤੋਂ ਦੇਖਦੇ ਸੀ, ਧਰਮ ਨੂੰ ਉਹ ਆਧੁਨਿਕ ਲੀਹਾਂ 'ਤੇ ਢਾਲਣਾ ਚਾਹੁੰਦੇ ਸੀ। ਮੇਰੀ ਨਜ਼ਰ ਦੇ ਵਿੱਚ ਉਹਨਾਂ ਨੂੰ ਨਾਸਤਿਕ ਦੀ ਕੋਟੀ ਵਿੱਚ ਨਹੀਂ ਰੱਖਿਆ ਜਾ ਸਕਦਾ, ਪਰ ਉਹ ਧਰਮ ਦੇ ਵਿੱਚ ਅੰਧ ਵਿਸ਼ਵਾਸਾਂ ਨੂੰ ਖਤਮ ਕਰਨਾ ਚਾਹੁੰਦੇ ਸੀ, ਉਹ ਧਰਮ ਦੇ ਵਿੱਚ ਲਾਈ ਲਗਤਾਂ ਨੂੰ ਖਤਮ ਕਰਨਾ ਚਾਹੁੰਦੇ ਸੀ, ਉਹ ਧਰਮ ਦੇ ਵਿੱਚੋਂ ਫਿਰਕਾ ਪ੍ਰਸਤੀ ਨੂੰ ਕੱਢਣਾ ਚਾਹੁੰਦੇ ਸੀ। ਤਾਂ ਇਹਨਾਂ ਸਾਰੀਆਂ ਗੱਲਾਂ ਕਰਕੇ ਧਰਮ ਦੇ ਮੁਕਾਬਲੇ ਉਹ ਵਿਗਿਆਨ ਨੂੰ ਵਧੇਰੇ ਮਹੱਤਵ ਦਿੰਦੇ ਸੀਗੇ। ਇਹਨਾਂ ਗੱਲਾਂ ਕਰਕੇ ਕੁਝ ਲੋਕ ਉਹਨਾਂ ਨੂੰ ਨਾਸਤਿਕ ਵੀ ਮੰਨਦੇ ਸੀਗੇ। ਮੇਰਾ ਖਿਆਲ ਆ ਕਿ ਸ਼ਾਇਦ ਨਾਸਤਿਕ ਉਹ ਵਿਚਾਰਧਾਰਾ ਦੇ ਪੱਖੋਂ ਉਸ ਤਰ੍ਹਾਂ ਨਾਸਤਿਕ ਨਹੀਂ ਗਏ। ਹਾਂ ਕਿ ਬਹੁਤ ਸਾਰੀ ਦੁਨੀਆ ਹੈ ਜਿਹੜੀ ਨਾਸਤਿਕ ਵੀ ਹੁੰਦੀ ਹੈ ਜਾਂ ਐਥੀਇਸਟ ਵੀ ਹੁੰਦੀ ਆ, ਪਰ ਉਹ ਐਥੀਇਸਟ ਨਹੀਂ ਸੀਗੇ। ਅਤੇ ਕੋਈ ਵੀ ਉਹਨਾਂ ਦਾ ਲੇਖ ਐਥੀਇਸਟ ਹੋਣ ਵਾਲੇ ਪਾਸੇ ਨੂੰ ਨਹੀਂ ਜਾਂਦਾ ਗਾ। ਜਿਸ ਤਰ੍ਹਾਂ ਭਗਤ ਸਿੰਘ ਦਾ ਜੇ ਅਸੀਂ ਲੇਖ ਮੈਂ ਨਾਸਤਿਕ ਕਿਉਂ ਆ ਪੜ੍ਹੀਏ ਤਾਂ ਉੱਥੇ ਸਾਨੂੰ ਸਪਸ਼ਟ ਦਿਸਦਾ ਕਿ ਉਹ ਇੱਕ ਵਿਚਾਰਧਾਰਾ ਨਾਲ ਜੁੜ ਕੇ ਖੜੇ ਆ। ਗੁਰਬਖਸ਼ ਸਿੰਘ ਪ੍ਰੀਤਲੜੀ ਇਸ ਕਿਸਮ ਦਾ ਉਹਨਾਂ ਦੀ ਵਿਚਾਰਧਾਰਾ ਨਹੀਂ ਸੀਗੀ, ਪਰ ਇਸ ਦੇ ਬਾਵਜੂਦ ਉਹ ਧਾਰਮਿਕ ਫਿਰਕਾ ਪ੍ਰਸਤੀ ਦੇ ਵਿਰੁੱਧ ਸੀ, ਧਾਰਮਿਕ ਪਖੰਡਾਂ ਦੇ ਵਿਰੁੱਧ ਸੀਗੇ, ਵਾਧੂ ਦੇ ਕਿਰਿਆ ਕਾਂਡਾਂ ਦੇ ਵਿਰੁੱਧ ਸੀਗੇ। ਅਤੇ ਉਹ ਧਰਮ ਦੀ ਜਿਹੜੀ ਕਿਹਾ ਜਾ ਸਕਦਾ ਕਿ ਸਹੀ ਧਰਮ ਦੀ ਜਿਹੜੀ ਰੂਹ ਆ ਉਹਨੂੰ ਅਪਣਾਏ ਹੋਏ ਲੋਕ ਸੀਗੇ। ਅਤੇ ਉਹਨਾਂ ਨੇ ਆਧੁਨਿਕ ਜਿਹੜਾ ਜੀਵਨ ਜਾਚ ਆ ਉਹਦੇ ਲਈ ਬਹੁਤ ਗੱਲਾਂ ਬਾਤਾਂ ਕੀਤੀਆਂ। ਤਾਂ ਉਸ ਦੇ ਲਈ ਉਹਨਾਂ ਨੇ ਇੱਕ ਆਦਰਸ਼ਕ ਜੀਵਨ ਜਾਚ ਪੰਜਾਬੀਆਂ ਨੂੰ ਦੱਸਣ ਦੀ ਗੱਲ ਕੀਤੀ। ਤਾਂ ਉਹਦੇ ਵਿੱਚ ਇੱਕ ਬਹੁਤ ਕੁਝ ਜਿਹੜੇ ਪੰਜਾਬੀ ਬਾਅਦ ਦੇ ਵਿੱਚ ਕਰਨਾ ਸਿੱਖ ਗਏ ਜਾਂ ਬਾਅਦ ਦੇ ਵਿੱਚ ਪੰਜਾਬੀਆਂ ਨੇ ਕੀਤਾ, ਉਹਦਾ ਮੋਢੀ ਗੁਰਬਖਸ਼ ਸਿੰਘ ਆ। ਜਿਹੋ ਜਿਹੀ ਜ਼ਿੰਦਗੀ ਅਸੀਂ ਅੱਜ ਜੀ ਰਹੇ ਹਾਂ ਕਿ ਘਰਾਂ ਦੇ ਵਿੱਚ ਤੌਲੀਆ ਵੱਖ ਹੋਵੇ, ਇੱਕ ਨਹਾਉਣ ਵਾਲਾ ਕਮਰਾ ਹੋਵੇ, ਇੱਕ ਵਿਅਕਤੀ ਦਾ ਵੱਖਰਾ ਕਮਰਾ ਹੋਵੇ, ਦੰਦਾਂ ਨੂੰ ਬਰੱਸ਼ ਕਰਨਾ ਚਾਹੀਦਾ, ਬੰਦੇ ਨੂੰ ਢੰਗ ਨਾਲ ਤਿਆਰ ਹੋਣਾ ਚਾਹੀਦਾ, ਬੰਦੇ ਨੂੰ ਸਮੇਂ ਦਾ ਪਾਬੰਦ ਹੋਣਾ ਚਾਹੀਦਾ। ਇਹੋ ਜਿਹੀਆਂ ਜਿਹੜੀਆਂ ਜੀਵਨ ਜਾਚ ਦੀਆਂ ਗੱਲਾਂ ਉਹਨਾਂ ਦੇ ਲੇਖਾਂ ਵਿੱਚ ਅਕਸਰ ਉਹ ਦਿਖਾਈ ਦਿੰਦੀਆਂ। ਜਿਹੜਾ ਅੱਜ ਮੱਧ ਵਰਗੀ ਪੰਜਾਬ ਆ ਜਿਹੜਾ ਉਹ ਲਗਭਗ ਗੁਰਬਖਸ਼ ਸਿੰਘ ਦੇ ਉਲੀਕੇ ਸੁਪਨਿਆਂ ਅਨੁਸਾਰ ਜੀਣ ਦੀ ਕੋਸ਼ਿਸ਼ ਕਰਦਾ। ਪਰ ਸਿਰਫ ਪਦਾਰਥਕ ਚੀਜ਼ਾਂ ਹੀ ਨਹੀਂ, ਉਹ ਆਦਰਸ਼ਕ ਪੱਧਰ 'ਤੇ ਵੀ ਗੁਰਬਖਸ਼ ਸਿੰਘ ਜੀ ਬਹੁਤ ਚੀਜ਼ਾਂ ਦੀ ਮੰਗ ਕਰਦੇ ਸੀ ਜਾਂ ਬਹੁਤ ਸਾਰੇ ਉਹਨਾਂ ਦੇ ਆਦਰਸ਼ ਸੀਗੇ ਕਿ ਵਿਅਕਤੀ ਨੂੰ ਕਿਹੋ ਜਿਹੀ ਜ਼ਿੰਦਗੀ ਜੀਣੀ ਚਾਹੀਦੀ ਆ। ਤਾਂ ਉਸ ਦੇ ਵਿੱਚ ਉਹਨਾਂ ਦੇ ਜਿਹੜਾ ਸਾਵੀਂ ਪੱਧਰੀ ਜ਼ਿੰਦਗੀ ਆ ਜਾਂ ਜ਼ਿੰਦਗੀ ਦੀ ਰਾਸ ਆ ਜਾਂ ਜ਼ਿੰਦਗੀ ਦੀ ਡਾਟ ਆ, ਜੇ ਅਸੀਂ ਇਹਨਾਂ ਦੇ ਲੇਖਾਂ ਦੇ ਮੋਟੇ ਤੌਰ 'ਤੇ ਵਿਸ਼ੇ ਵੰਡਣੇ ਹੋਣ ਜਾਂ ਮੋਟੇ ਤੌਰ 'ਤੇ ਅਸੀਂ ਕਹੀਏ ਕਿ ਗੁਰਬਖਸ਼ ਸਿੰਘ ਪ੍ਰੀਤਲੜੀ ਕੀ ਸੀ, ਤਾਂ ਪਹਿਲੀ ਗੱਲ ਤਾਂ ਇਹ ਕਿ ਗੁਰਬਖਸ਼ ਸਿੰਘ ਪ੍ਰੀਤਲੜੀ ਆ ਜਿਹੜਾ ਕਿਸੇ ਵੀ ਕਿਸਮ ਦੇ ਵਹਿਮਾਂ ਭਰਮਾਂ ਪਖੰਡਾਂ ਦਾ ਖੰਡਨ ਕਰਦੇ ਸੀ ਅਤੇ ਬਹੁਤ ਵਿਗਿਆਨਕ ਢੰਗ ਨਾਲ ਦਲੀਲ ਯੁਕਤ ਢੰਗ ਨਾਲ ਉਹ ਖੰਡਨ ਕਰਦੇ ਸੀ। ਉਹਨਾਂ ਦਾ ਪਹਿਲਾ ਮੁੱਖ ਵਿਸ਼ਾ ਸੀ ਕਿ ਵਿਗਿਆਨ ਦਾ ਪੱਖ ਪੂਰਨਾ ਅਤੇ ਧਾਰਮਿਕ ਪਖੰਡਵਾਦ ਅਤੇ ਫਿਰਕਾ ਪ੍ਰਸਤੀ ਦਾ ਵਿਰੋਧ ਕਰਨਾ। ਦੂਜੀ ਜਿਹੜੀ ਉਹਨਾਂ ਦੀ ਮਹੱਤਵਪੂਰਨ ਗੱਲ ਸੀਗੀ ਕਿ ਉਹ ਹਮੇਸ਼ਾ ਹੀ ਔਰਤ ਦਾ ਸਤਿਕਾਰ ਕਰਨ ਦੀ ਗੱਲ, ਔਰਤ ਨੂੰ ਪਿਆਰ ਕਰਨ ਦੀ ਗੱਲ, ਔਰਤ ਨੂੰ ਬਰਾਬਰਤਾ ਦੇਣ ਦੀ ਗੱਲ ਉਹ ਆਪਣੇ ਲੇਖਾਂ ਵਿੱਚ ਵਾਰ-ਵਾਰ ਕਰਦੇ ਆ, ਵੱਖ-ਵੱਖ ਢੰਗਾਂ ਨਾਲ ਕਰਦੇ ਆ। ਜਿਹੜੀ ਤੀਜੀ ਮਹੱਤਵਪੂਰਨ ਗੱਲ ਉਹ ਆਪਣੇ ਲੇਖਾਂ ਦੇ ਵਿੱਚ ਕਰਦੇ ਆ, ਕਿਹਾ ਜਾ ਸਕਦਾ ਹੈਗਾ ਕਿ ਉਹ ਔਰਤਾਂ ਦੀ ਬਰਾਬਰੀ ਅਤੇ ਧਾਰਮਿਕ ਫਿਰਕਾ ਪ੍ਰਸਤੀ ਦੀ ਗੱਲ ਦੇ ਵਿਰੁੱਧ ਹੀ ਨਹੀਂ ਸੀ ਗੱਲ ਕਰਦੇ। ਉਹ ਇੱਕ ਇਹ ਵੀ ਕਿਹਾ ਜਾ ਸਕਦਾ ਹੈਗਾ ਕਿ ਉਹ ਜ਼ਿੰਦਗੀ ਨੂੰ ਸੁਚੱਜੇ ਢੰਗ ਨਾਲ ਜੀਣ ਦਾ ਇੱਕ ਆਸ਼ਾਵਾਦ ਸੀ ਉਹਨਾਂ ਦੇ ਵਿੱਚ। ਉਹਨਾਂ ਦਾ ਜਿਹੜਾ ਸਮੁੱਚਾ ਦ੍ਰਿਸ਼ਟੀਕੋਣ ਸੀ ਉਹ ਆਸ਼ਾਵਾਦ ਦੇ ਆਧਾਰ 'ਤੇ ਸੀਗਾ ਕਿ ਉਹ ਜ਼ਿੰਦਗੀ ਦੇ ਵਿੱਚ ਇੱਕ ਆਸ਼ਾ ਦੇ ਪਿੱਛੇ ਉਹ ਤੁਰਦੇ ਸੀਗੇ।
ਇਸ ਤੋਂ ਇਲਾਵਾ ਉਹਨਾਂ ਨੇ ਜਿਹੜਾ ਜੰਗ ਆ, ਜਿਹੜੀ ਲੜਾਈ ਆ, ਉਹਦਾ ਵੀ ਵਿਰੋਧ ਕੀਤਾ। ਹਾਲਾਂਕਿ ਉਹ ਖੁਦ ਵੀ ਕੁਝ ਦੇਰ ਇਸ ਉਹਨਾਂ ਨੂੰ ਫਰੰਟ 'ਤੇ ਕੰਮ ਕਰਨਾ ਪਿਆ, ਪਰ ਉਹ ਜੰਗ ਦੇ ਵਿਰੋਧੀ ਸੀਗੇ। ਅਮਨ ਦੀ, ਸ਼ਾਂਤੀ ਦੀ, ਅੰਤਰਰਾਸ਼ਟਰੀਵਾਦ ਦੀ ਗੱਲ ਕਰਦੇ ਸੀਗੇ। ਅੰਤਰਰਾਸ਼ਟਰੀਵਾਦ ਦੀ ਗੱਲ ਕਰਦੇ ਸੀ, ਜੰਗ ਦਾ ਵਿਰੋਧ ਕਰਦੇ ਸੀ, ਅਮਨ ਦੀ ਗੱਲ ਕਰਦੇ ਸੀ। ਇਹ ਪ੍ਰਗਤੀਵਾਦੀਆਂ ਦੇ ਵੀ ਨਿਸ਼ਾਨੇ ਸੀਗੇ। ਇਸ ਤੋਂ ਇਲਾਵਾ ਉਹ ਅੰਗਰੇਜ਼ ਸਾਮਰਾਜ ਦਾ ਵਿਰੋਧ ਕਰਦੇ ਸੀਗੇ। ਉਹ ਪਰ ਅੰਗਰੇਜ਼ ਸਾਮਰਾਜ ਦਾ ਵਿਰੋਧ ਵੀ ਉਹ ਆਪਣੇ ਤਰੀਕੇ ਨਾਲ ਕਰਦੇ ਸੀਗੇ। ਉਹ ਭਗਤ ਸਿੰਘ ਵਾਲਾ ਤਰੀਕਾ ਨਹੀਂ ਸੀਗਾ। ਉਹ ਉਹਨਾਂ ਦਾ ਆਪਣਾ ਵੱਖਰਾ ਤਰੀਕਾ ਸੀਗਾ। 31 ਦੇ ਵਿੱਚ ਭਗਤ ਸਿੰਘ ਹੋਰਾਂ ਨੂੰ ਫਾਂਸੀ ਲੱਗਦੀ ਹੈ ਅਤੇ 33 ਦੇ ਵਿੱਚ ਉਹ ਪ੍ਰੀਤ ਲੜੀ ਕੱਢਦੇ ਆ। ਉਹਨਾਂ ਦਾ ਇੱਕ ਆਪਣਾ ਢੰਗ ਸੀਗਾ ਕਿ ਲੋਕਾਂ ਦੇ ਵਿਚਾਰਾਂ ਨੂੰ ਬਦਲੋ। ਹਾਲਾਂਕਿ ਉਹ ਅਮਰੀਕਾ ਰਹਿ ਕੇ ਆਏ ਸੀਗੇ, ਸਾਮਰਾਜ ਦਾ ਵਿਰੋਧ ਕਰਦੇ ਸੀ। ਇਹ ਜਾਣਦੇ ਸੀਗੇ ਕਿ ਜਿਹੜੀਆਂ ਕੌਮਾਂ ਹੈ ਉਹ ਆਜ਼ਾਦ ਵੀ ਹੁੰਦੀਆਂ। ਉਹਨਾਂ ਨੇ ਨਾਟਕ ਵੀ ਕੀਤੇ। ਉਹਦੇ ਕਰਕੇ ਕਿਹਾ ਜਾ ਸਕਦਾ ਕਿ ਉਹਨਾਂ ਦੇ ਬੱਚਿਆਂ ਨੂੰ ਜੇਲ੍ਹ ਵੀ ਜਾਣਾ ਪਿਆ। ਪਰ ਇਸ ਦੇ ਬਾਵਜੂਦ ਉਹਨਾਂ ਦਾ ਇੱਕ ਆਪਣਾ ਢੰਗ ਸੀਗਾ। ਤੋ ਜਦੋਂ ਅਸੀਂ ਗੁਰਬਖਸ਼ ਸਿੰਘ ਦੇ ਸਾਰੇ ਵਿਚਾਰਾਂ ਨੂੰ ਜਾਣਦੇ ਹਾਂ ਕਿ ਸੁਤੰਤਰਤਾ, ਬਰਾਬਰਤਾ, ਭਾਈਚਾਰਾ, ਅਮਨ, ਜੰਗ ਦਾ ਵਿਰੋਧ, ਫਿਰਕਾ ਪ੍ਰਸਤੀ ਦਾ ਵਿਰੋਧ, ਧਾਰਮਿਕ ਪਖੰਡਾਂ ਦਾ ਵਿਰੋਧ, ਉਹਦੇ ਉਲਟ ਪੱਖੀ ਕਿਹਦੇ ਸੀਗੇ? ਪੱਖੀ ਸੀਗੇ ਉਹ ਪ੍ਰਗਤੀਵਾਦ ਦੇ, ਪੱਖੀ ਸੀ ਉਹ ਧਰਮ ਨਿਰਪੱਖਤਾ ਦੇ, ਪੱਖੀ ਸੀ ਉਹ ਲੋਕਤੰਤਰ ਦੇ, ਪੱਖੀ ਸੀ ਉਹ ਵਿਗਿਆਨ ਦੇ। ਤਾਂ ਇਹਨਾਂ ਵਿਸ਼ਿਆਂ ਦੁਆਲੇ ਉਹਨਾਂ ਨੇ ਆਪਣੇ ਜਿਹੜੇ ਲੇਖ ਆ ਉਹ ਲਿਖੇ। ਮੈਂ ਸਮਝਦਾ ਕਿ ਭਾਵੇਂ ਤੁਹਾਡੇ ਸਿਲੇਬਸ ਦੇ ਵਿੱਚ ਕੇਵਲ ਇੱਕ ਕਿਤਾਬ ਲੱਗੀ ਆ, ਸਾਵੀਂ ਪੱਧਰੀ ਜ਼ਿੰਦਗੀ, ਪਰ ਮੈਂ ਤਾਂ ਕਹਿੰਦਾ ਕਿ ਉਹਨਾਂ ਦੀ ਤੁਸੀਂ ਸਾਰੀਆਂ ਕਿਤਾਬਾਂ ਪੜ੍ਹੋ ਤਾਂ ਤੁਹਾਨੂੰ ਇੱਕ ਜੀਣ ਦਾ, ਜ਼ਿੰਦਗੀ ਜੀਣ ਦਾ ਸਲੀਕਾ ਪ੍ਰਾਪਤ ਹੋਵੇਗਾ। ਅਤੇ ਤੁਹਾਨੂੰ ਇਹ ਵੀ ਪਤਾ ਲੱਗੇਗਾ ਕਿਵੇਂ, ਜੇ ਉਹਨਾਂ ਦੀ ਤੁਸੀਂ ਸਵੈ ਜੀਵਨੀ ਪੜ੍ਹੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਕਿਵੇਂ ਇੱਕ ਵਿਅਕਤੀ ਜੇ ਆਪਣੇ ਨਿਸ਼ਾਨੇ ਦੇ ਮਗਰ ਤੁਰਿਆ ਜਾਂਦਾ ਹੈ ਤਾਂ ਕਿਸ ਤਰ੍ਹਾਂ ਉਹ ਮੰਜ਼ਿਲ 'ਤੇ ਪੁੱਜ ਜਾਂਦਾ ਹੈਗਾ, ਕਿਸ ਤਰ੍ਹਾਂ ਬੰਦੇ ਨੂੰ ਸਟਰਗਲ ਕਰਨੀ ਪੈਂਦੀ ਆ। ਬੇਰੁਜ਼ਗਾਰੀ ਅੱਜ ਕੱਲ੍ਹ ਬਹੁਤ ਵੱਡਾ ਮੁੱਦਾ, ਪਰ ਬੇਰੁਜ਼ਗਾਰੀ ਉਦੋਂ ਵੀ ਸੀਗੀ ਜਦੋਂ ਗੁਰਬਖਸ਼ ਸਿੰਘ ਪ੍ਰੀਤ ਲੜੀ ਨੇ ਇੰਜੀਨੀਅਰਿੰਗ ਕੀਤੀ। ਉਸ ਜ਼ਮਾਨੇ 'ਚ ਇੰਜੀਨੀਅਰਿੰਗ ਕੀਤੀ, ਅੰਗਰੇਜ਼ਾਂ ਦੇ ਜ਼ਮਾਨੇ ਦੇ ਵਿੱਚ ਇੰਜੀਨੀਅਰਿੰਗ ਕੀਤੀ। ਉਸ ਸਮੇਂ ਬੇਰੁਜ਼ਗਾਰੀ ਸੀਗੀ। ਭ੍ਰਿਸ਼ਟਾਚਾਰੀ ਅੱਜ ਵੀ ਆ, ਉਸ ਸਮੇਂ ਵੀ ਸੀਗੀ। ਪਰ ਇਸ ਦੇ ਬਾਵਜੂਦ ਬੰਦੇ ਨੇ ਆਪਣਾ ਰਸਤਾ ਆਪ ਬਣਾਉਣਾ ਹੁੰਦਾ। ਉਹਨਾਂ ਨੇ ਆਪਣਾ ਰਸਤਾ ਆਪ ਬਣਾਇਆ। ਇਹ ਆਸ਼ਾਵਾਦ ਆ ਉਹਨਾਂ ਦੇ। ਇਹ ਵਿਅਕਤੀਵਾਦ ਵੀ ਕੁਝ ਲੋਕ ਕਹਿੰਦੇ ਆ, ਪਰ ਇਹਦੇ ਨਾਲ ਨਾਲ ਆਸ਼ਾਵਾਦ ਵੀ ਆ ਕਿ ਉਹਨਾਂ ਦੇ ਵਿੱਚ ਆਸ਼ਾਵਾਦ ਬਹੁਤ ਸ਼ਕਤੀਸ਼ਾਲੀ ਢੰਗ ਨਾਲ ਹੋਂਦ ਵਿੱਚ ਆਉਂਦਾ। ਤਾਂ ਗੁਰਬਖਸ਼ ਸਿੰਘ ਪ੍ਰੀਤ ਲੜੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਅਸੀਂ ਕੁਝ ਉਹਦੇ ਵਿਸ਼ਿਆਂ ਬਾਰੇ ਗੱਲ ਕੀਤੀ, ਕੁਝ ਉਹਦੇ ਜੀਵਨ ਬਾਰੇ ਗੱਲ ਕੀਤੀ, ਪਰ ਜਿਹੜੀ ਉਹਨਾਂ ਦੀ ਬਹੁਤ ਵੱਡੀ ਦੇਣ ਆ ਉਹ ਹੈਗੀ ਆ ਉਹਨਾਂ ਦੀ ਵਾਰਤਕ ਸ਼ੈਲੀ। ਵਾਰਤਕ ਸ਼ੈਲੀ ਉਹ ਖੁਦ ਮੇਰਾ ਖਿਆਲ ਆ ਕਿ ਅਮਰੀਕਨ ਜਿਹੜਾ ਵਾਰਤਕ ਸ਼ੈਲੀ ਹੈਗੀ ਆ ਉਹਨਾਂ ਤੋਂ ਪ੍ਰਭਾਵਿਤ ਸੀਗੇ। ਚਾਹੇ ਉਹ ਐਮਰਸਨ ਹੋਣ, ਚਾਹੇ ਉਹ ਬੇਕਨ ਹੋਵੇ, ਉਹ ਉਹਨਾਂ ਦੀ ਲਿਖਤ ਤੋਂ ਪ੍ਰਭਾਵਿਤ ਸੀਗੇ। ਇਸ ਕਰਕੇ ਉਹਨਾਂ ਦੀ ਲਿਖਤ ਆ ਜਿਹੜੀ ਉਹ ਪੱਛਮੀ ਢੰਗ ਦੇ ਨਾਲ ਢਲੀ ਹੋਈ ਸੀਗੀ। ਅਤੇ ਇਹਦੇ ਲਈ ਉਹਨਾਂ ਨੇ ਕੀ ਕੀਤਾ ਹੋਇਆ ਸੀਗਾ ਕਿ ਪਹਿਲਾਂ ਸਾਡੀ ਜਿਹੜੀ ਪੰਜਾਬੀ ਦੇ ਵਿੱਚ ਜਿਹੜੀ ਵਾਰਤਕ ਸੀਗੀ ਮੱਧਕਾਲੀ ਤਾਂ ਇੱਕੋ ਹੀ ਲਾਈਨ ਵਿੱਚ ਚਲੀ ਜਾਂਦੀ ਸੀ। ਕਿਤੇ ਸ਼ਬਦ ਤੋਂ ਸ਼ਬਦ ਵੀ ਨਹੀਂ ਨਿਖੇੜਿਆ ਜਾਂਦਾ ਸੀ। ਜੇ ਸ਼ਬਦ ਤੋਂ ਸ਼ਬਦ ਨਿਖੇੜਿਆ ਜਾਂਦਾ ਸੀ ਤਾਂ ਕਿਤੇ ਵੀ ਵਾਕ ਦੇ ਅੰਤ ਦੇ ਵਿੱਚ ਪਤਾ ਨਹੀਂ ਲੱਗਦਾ ਸੀ ਕਿ ਵਾਕ ਕਿੱਥੇ ਰੁਕਣਾ ਹੈ। ਉਹਨਾਂ ਨੇ ਆਧੁਨਿਕ ਢੰਗ ਨਾਲ ਵਾਰਤਕ ਲਿਖੀ। ਉਹਦੇ ਵਿੱਚ ਕਾਮਾ, ਡੰਡੀ, ਡੈਸ਼, ਬਿੰਦੀ, ਦਬਿੰਦੀਆਂ ਦੀ ਵਰਤੋਂ ਕੀਤੀ। ਇੱਥੇ ਤੱਕ ਕਿ ਡੈਸ਼ਾਂ ਦੀ ਵਰਤੋਂ ਤਾਂ ਬਹੁਤ ਹੀ ਕਰਦੇ ਸੀਗੇ। ਇਹ ਉਹਨਾਂ ਨੇ ਪੰਜਾਬੀ ਦਾ ਲਿਖਣ ਢੰਗ ਸੁਧਾਰਿਆ। ਤਾਂ ਲਿਖਣ ਢੰਗ ਸੁਧਾਰਨ ਦੇ ਲਈ ਉਹਨਾਂ ਨੇ ਵਾਕ ਵੀ ਛੋਟੇ ਰੱਖੇ। ਚੁਸਤ ਵਾਕ ਲਿਖਦੇ ਸੀ, ਛੋਟੇ ਵਾਕ ਲਿਖਦੇ ਸੀ। ਅਤੇ ਵਾਕਾਂ ਤੋਂ ਵੀ ਅੱਗੇ ਕੀ ਕਰਦੇ ਸੀਗੇ ਕਿ ਵਾਕਾਂ ਦੇ ਨਾਲ ਜਦੋਂ ਵਿਚਾਰ ਬਦਲ ਜਾਂਦਾ ਸੀ ਉਦੋਂ ਪਹਿਰਾ ਬਦਲਦੇ ਸੀਗੇ, ਜੋ ਕਿ ਕਿਹਾ ਜਾ ਸਕਦਾ ਕਿ ਪੱਛਮੀ ਵਾਰਤਕ ਦਾ ਜਿਹੜਾ ਵਾਰਤਕ ਸ਼ੈਲੀ ਦਾ ਅੰਸ਼ ਆ। ਤਾਂ ਪੰਜਾਬੀ ਵਾਰਤਕ ਨੂੰ ਉਹਨਾਂ ਨੇ ਪੱਛਮੀ ਵਾਰਤਕ ਦੇ ਨਿਯਮਾਂ ਅਨੁਸਾਰ ਢਾਲਿਆ, ਸ਼ਬਦ ਜੋੜ ਸਥਿਰ ਕੀਤੇ। ਫਿਰ ਉਹਨਾਂ ਨੇ ਬਹੁਤ ਸਾਰੇ ਖੁਦ ਸਮਾਸ ਘੜੇ, ਜਿਵੇਂ ਬੈਂਕ ਬਾਕੀਆਂ, ਬੈਂਕ ਦੇ ਬੈਲੈਂਸ ਦੇ ਲਈ ਬੈਂਕ ਬਾਕੀ ਸ਼ਬਦ ਉਹਨਾਂ ਨੇ ਘੜਿਆ। ਇਸ ਤਰ੍ਹਾਂ ਦੇ ਬਹੁਤ ਸਾਰੇ ਉਹਨਾਂ ਨੇ ਸ਼ਬਦ ਘੜੇ, ਜਿਵੇਂ ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ, ਪ੍ਰੀਤ ਨਗਰ, ਪ੍ਰੀਤ ਸੈਨਿਕ, ਪ੍ਰੀਤ ਝਰੋਖੇ, ਪ੍ਰੀਤ ਲੜੀ। ਤਾਂ ਇਹ ਉਹਨਾਂ ਦੀ ਖਾਸੀਅਤ ਸੀ ਕਿ ਸਮਾਸ ਬਹੁਤ ਉਹਨਾਂ ਨੇ ਘੜੇ। ਔਰ ਉਹਨਾਂ ਦੇ ਵਿੱਚ ਇੱਕ ਹੋਰ ਗੁਣ ਸੀਗਾ ਉਹਨਾਂ ਦੀ ਵਾਰਤਕ ਸ਼ੈਲੀ ਦਾ, ਜੇ ਆਪਾਂ ਸ਼ਬਦਾਂ ਦੇ ਬਾਰੇ ਅਤੇ ਉਹਨਾਂ ਦੇ ਜਿਹੜੇ ਵਿਸ਼ਰਾਮ ਚਿੰਨ੍ਹਾਂ ਦੀ ਗੱਲ ਤੋਂ ਬਾਅਦ ਅੱਗੇ ਕਰੀਏ, ਤਾਂ ਇੱਕ ਉਹਨਾਂ ਦੇ ਵਿੱਚ ਹੋਰ ਬਹੁਤ ਵਧੀਆ ਗੁਣ ਸੀਗਾ।
ਉਹ ਗੁਣ ਇਹ ਸੀਗਾ ਕਿ ਉਹ ਆਪਣਾ ਨਿੱਜ ਪਾ ਦਿੰਦੇ ਸੀਗੇ, ਆਪਣਾ ਆਪਾ ਪਾ ਦਿੰਦੇ ਸੀਗੇ ਲਿਖਤ ਦੇ ਵਿੱਚ। ਅਤੇ ਲਿਖਤ ਨੂੰ ਉਹ ਇੱਦਾਂ ਸੀ ਕਿ ਜਿਵੇਂ ਕੋਈ ਬੰਦਾ ਗੱਲਾਂ ਕਰ ਰਿਹਾ ਹੋਵੇ। ਹਾਲਾਂਕਿ ਉਹਨਾਂ ਨੇ ਲਿਖਤ ਦੀ ਸ਼ੈਲੀ ਦੇ ਵਿੱਚ ਲਿਖਿਆ, ਬੋਲ ਦੀ ਸ਼ੈਲੀ 'ਚ ਨਹੀਂ ਲਿਖਿਆ ਗਾ। ਸਾਡੀ ਜਿਹੜੀ ਮੱਧਕਾਲੀ ਵਾਰਤਕ ਆ ਉਹ ਬੋਲ ਦੀ ਸ਼ੈਲੀ ਦੇ ਵਿੱਚ, ਇੱਥੋਂ ਤੱਕ ਕਿ ਜਿਵੇਂ ਕੋਈ ਕਥਾ ਕਰ ਰਿਹਾ ਹੁੰਦਾ, ਵਾਰ-ਵਾਰ ਆਉਂਦਾ ਕਿ ਬੋਲੋ ਭਾਈ ਵਾਗਰੂ, ਬੋਲੋ ਭਾਈ ਸਾਖੀ ਅੱਗੇ ਚੱਲੀ, ਜਾਂ ਕਥਾ ਸਮਾਪਤ ਹੋਈ। ਪਰ ਗੁਰਬਖਸ਼ ਸਿੰਘ ਪ੍ਰੀਤਲੜੀ ਇਉਂ ਨਹੀਂ ਕਰਦਾ, ਪਰ ਉਹਦੀ ਜਿਹੜੀ ਲਿਖਤ ਆ ਉਹਦੇ ਅੰਦਰੋਂ ਇਉਂ ਆ ਕਿ ਜਿਵੇਂ ਬੰਦਾ ਤੁਹਾਡੇ ਨਾਲ ਹੀ ਗੱਲ ਕਰ ਰਿਹਾ ਹੈਗਾ, ਸਮੂਹ ਸੰਗਤ ਨਾਲ ਨਹੀਂ ਗੱਲ ਕਰ ਰਿਹਾ। ਥੋੜ੍ਹਾ ਜਿਹਾ ਇੱਕ ਫਰਕ ਆ ਕਿ ਉਹ ਸਮੂਹ ਸੰਗਤ ਨਾਲ ਨਹੀਂ ਗੱਲ ਕਰ ਰਿਹਾ, ਤੁਹਾਡੇ ਨਾਲ ਗੱਲ ਕਰ ਰਿਹਾ, ਪਾਠਕ ਨਾਲ। ਉਹ ਪਾਠਕ ਦਾ ਲੇਖਕ ਸੀ, ਵਿਅਕਤੀਗਤ ਪਾਠਕ ਦਾ ਲੇਖਕ ਸੀ। ਵਿਅਕਤੀਗਤ ਪਾਠਕ ਜਦੋਂ ਜੁੜਦੇ ਪਾਠਕ ਜੁੜਦਾ ਤਾਂ ਪਾਠਕ ਬਣ ਜਾਂਦੇ ਆ। ਤਾਂ ਉਹ ਵਿਅਕਤੀਗਤ ਪੱਧਰ 'ਤੇ ਜਿਹੜੀ ਉਹਦੀ ਅਪਰੋਚ ਸੀਗੀ, ਵਿਅਕਤੀਗਤ ਪੱਧਰ 'ਤੇ ਜਿਹੜਾ ਬੰਦੇ ਦੇ ਅੰਤਰ ਮਨ ਨੂੰ ਟੁੰਬਦਾ ਸੀ। ਤਾਂ ਉਸ ਸਮੇਂ ਦੇ ਜਿਹੜੇ ਵਾਰਤਕ ਦੇ ਜਿੰਨੇ ਵੀ ਲੱਛਣ ਸੀਗੇ ਕਿ ਉਹ ਬਾਹਰਮੁਖੀ ਵੀ ਹੋਵੇ, ਉਹ ਵਿਅਕਤੀ ਦੇ ਅੰਦਰੋਂ ਉਪਜਦੀ ਹੋਵੇ, ਉਹ ਸਾਰਾ ਕੁਝ ਹੀ ਗੁਰਬਖਸ਼ ਸਿੰਘ ਦੀ ਵਾਰਤਕ ਸ਼ੈਲੀ ਦੇ ਵਿੱਚ ਸਾਨੂੰ ਦਿਖਾਈ ਦਿੰਦਾ ਹੈ। ਸੱਚਮੁੱਚ ਹੀ ਗੁਰਬਖਸ਼ ਸਿੰਘ ਪ੍ਰੀਤਲੜੀ ਸਾਡੇ ਸਮਿਆਂ ਦਾ, ਸਾਡੇ ਯਾਨੀ ਕਿ ਪਿਛਲੀ ਸਦੀ ਦਾ ਇੱਕ ਪ੍ਰਮੁੱਖ ਸ਼ੈਲੀਕਾਰ ਹੈਗਾ। ਬਾਅਦ ਦੇ ਬਹੁਤ ਸਾਰੇ ਜਿਹੜੇ ਵਾਰਤਕਾਰ ਨੇ ਉਹਨਾਂ ਨੇ ਉਸ ਦੇ ਲਿਖਣ ਢੰਗ ਨੂੰ ਸਿੱਖਿਆ। ਉਹ ਪੱਤਰਕਾਰ ਵੀ ਸੀ, ਉਹ ਸਾਹਿਤਕਾਰ ਵੀ ਸੀ। ਉਹ ਪੱਤਰਕਾਰੀ ਅਤੇ ਸਾਹਿਤਕਾਰੀ ਦਾ ਸੁਮੇਲ ਸੀ, ਇਹ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਹੈ ਜਿਹੜੀਆਂ ਹੋਰ ਵੀ ਕੀਤੀਆਂ ਜਾ ਸਕਦੀਆਂ ਹੈ। ਉਹਦੀ ਵਿਚਾਰਧਾਰਾ ਦੇ ਨਾਲ ਕੁਝ ਲੋਕਾਂ ਨੂੰ ਸਹਿਮਤੀ ਨਹੀਂ ਵੀ ਹੋ ਸਕਦੀ। ਉਹਨਾਂ ਦੇ ਜੀਵਨ ਜਾਚ ਅਤੇ ਉਹਨਾਂ ਦਾ ਜੋ ਅਸਲ ਜੀਵਨ ਸੀ ਅਤੇ ਜਿਹੜਾ ਪ੍ਰਚਾਰਿਆ ਜੀਵਨ ਸੀ, ਉਹਦੇ ਵਿਚਕਾਰ ਵੀ ਕੁਝ ਦਵੰਦ ਲੱਭੇ ਜਾ ਸਕਦੇ ਆ। ਉਹਦਾ ਅਮਰੀਕੀ ਮਾਡਲ ਅਤੇ ਸਮਾਜਵਾਦ ਦਾ ਜਿਹੜਾ ਸਮਨਵੈ ਕਰਨ ਦੀ ਕੋਸ਼ਿਸ਼ ਕੀਤੀ ਆ, ਉਹਦੇ 'ਤੇ ਵੀ ਕੁਝ ਗੱਲਾਂ ਹੋ ਸਕਦੀਆਂ। ਪਰ ਆਧੁਨਿਕਤਾ ਦੇ ਵਿੱਚ ਇਹ ਦੋਨੇ ਗੱਲਾਂ ਹੀ ਆਉਂਦੀਆਂ। ਪੂੰਜੀਵਾਦੀ ਮਾਡਲ ਵੀ ਆਉਂਦਾ, ਸਮਾਜਵਾਦੀ ਮਾਡਲ ਵੀ ਆਉਂਦਾ। ਉਹ ਆਧੁਨਿਕਤਾ ਦਾ ਸ਼ੈਲੀਕਾਰ ਸੀ, ਆਧੁਨਿਕਤਾ ਦਾ ਵਾਰਤਕ ਲੇਖਕ ਸੀ। ਉਹਦੇ ਵਿਸ਼ੇ ਵੀ ਆਧੁਨਿਕ ਸੀ ਅਤੇ ਉਹਦੀ ਸ਼ੈਲੀ ਵੀ ਆਧੁਨਿਕ ਸੀ। ਸੱਚਮੁੱਚ ਹੀ ਗੁਰਬਖਸ਼ ਸਿੰਘ ਪ੍ਰੀਤਲੜੀ ਸਾਡਾ ਆਧੁਨਿਕ ਪੰਜਾਬੀ ਵਾਰਤਕ ਦਾ ਇੱਕ ਵੱਡਾ ਸ਼ੈਲੀਕਾਰ ਆ। ਮੇਰਾ ਪੂਰਾ ਯਕੀਨ ਹੈ ਕਿ ਜੇ ਤੁਸੀਂ ਉਹਨਾਂ ਨੂੰ ਉਸ ਸਮੇਂ ਦੇ ਪ੍ਰਸੰਗ ਵਿੱਚ ਰੱਖ ਕੇ ਪੜ੍ਹੋਗੇ ਤਾਂ ਤੁਸੀਂ ਅੱਜ ਦੀ ਜੀਵਨ ਲਈ ਵੀ ਸੇਧ ਰੱਖ ਸਕਦੇ ਹਾਂ ਅਤੇ ਗੁਰਬਖਸ਼ ਸਿੰਘ ਦਾ ਵੀ ਸਹੀ ਮੁੱਲ ਪਾ ਸਕਦੇ ਹਾਂ ਕਿ ਆਪਣੇ ਸਮੇਂ ਤੋਂ ਕਿੰਨੀਆਂ ਉਹਨਾਂ ਨੇ ਅਗਾਂਹ ਦੀਆਂ ਦੂਰ ਦੀਆਂ ਗੱਲਾਂ ਕੀਤੀਆਂ ਸੀਗੀਆਂ। ਗੁਰਬਖਸ਼ ਸਿੰਘ ਪ੍ਰੀਤਲੜੀ ਦੀਆਂ ਪੁਸਤਕਾਂ ਨੂੰ ਤੁਸੀਂ ਇੱਕ ਵਾਰ ਪੜ੍ਹੋ ਅਤੇ ਤੁਹਾਨੂੰ ਉਹਨਾਂ ਵਿੱਚੋਂ ਬਹੁਤ ਕੁਝ ਲੱਭੇਗਾ। ਪੰਜਾਬੀ ਵਾਰਤਕ, ਆਧੁਨਿਕ ਵਾਰਤਕ ਦੇ ਨਕਸ਼ ਨਿਖਾਰਨ ਵਿੱਚ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਵੱਡਾ ਯੋਗਦਾਨ ਆ। ਮਿਹਰਬਾਨੀ।